ਧੰਨ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹਿਲਾ ਪਹਿਲਾ। ਘਰ ਪਹਿਲਾ ਚੌਪਦੇ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਕੋਈ ਪੜਤਾ ਸੈਸਾ ਕਰਤਾ ਕੋਈ ਪੜ੍ਹੈ ਪੁਰਾਨਾ। ਕੋਈ ਨਾਮ ਜਪੈ ਜਪ ਮਾਲੀ ਲਾਗੈ ਤਿਸੈ ਧਿਆਨਾ। ਕੋਈ ਪੜਤਾ ਸੈਸਾ ਕਰਤਾ ਕੋਈ ਪੜ੍ਹੈ ਪੁਰਾਨਾ। ਕੋਈ ਨਾਮ ਜਪੈ ਜਪ ਮਾਲੀ ਲਾਗੈ ਤਿਸੈ ਧਿਆਨਾ। ਅਬ ਹੀ ਕਬ ਹੀ ਕਿਛੁ ਨ ਜਾਨਾ ਤੇਰਾ ਏਕੋ ਨਾਮ ਪਛਾਨਾ। ਨਾ ਜਾਣਾ ਹਰੇ ਮੇਰੀ ਕਵਨ ਗਤੇ ਹਮ ਮੂਰਖ ਅਗਿਆਨ ਸਰਨ ਪ੍ਰਭ ਤੇਰੀ। ਕਰ ਕਿਰਪਾ ਰਾਖੋ ਮੇਰੀ ਲਾਜ ਪਤੇ ਰਹਾਉ। ਕਬਹੂ ਜਿਅੜਾ ਊਬ ਚੜ੍ਹਤ ਹੈ ਕਬਹੂ ਜਾਏ ਪਿਆਲੇ। ਲੋਭੀ ਜਿਅੜਾ ਥਿਰ ਨ ਰਹਿਤ ਹੈ ਚਾਰੇ ਕੁੰਡਾਂ ਭਾਲੇ। ਮਰਨ ਲਿਖਾਏ ਮੰਡਲ ਮਹਿ ਆਏ ਜੀਵਨ ਸਾਜੈ ਮਾਈ। ਏਕ ਚਲੇ ਹਮ ਦੇਖੈ ਸੁਆਮੀ ਪਾਵਲੰਤੀ ਆਈ। ਨਾ ਕਿਸੈ ਕਾ ਮੀਤ ਨਾ ਕਿਸੈ ਕਾ ਭਾਈ। ਨਾ ਕਿਸੈ ਬਾਪ ਨਾ ਮਾਈ ਪ੍ਰਣਵਤ ਨਾਨਕ ਜੇ ਤੂੰ ਦੇਵੈ ਅੰਤੇ ਹੋਏ ਸਖਾਈ। ਨਾ ਕਿਸੀ ਕਾ ਮੀਤ ਨਾ ਕਿਸੀ ਕਾ ਭਾਈ ਨਾ ਕਿਸੈ ਬਾਪ ਨਾ ਮਾਈ। ਪ੍ਰਣਵਤ ਨਾਨਕ ਜੇ ਤੂੰ ਦੇਵਹਿ ਅੰਤੇ ਹੋਏ ਸਖਾਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਗਤ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਦੇ ਵਿੱਚ ਜੁੜ ਬੈਠੇ ਸਤਸੰਗੀ ਜਨੋ, ਸਤਿਗੁਰਾਂ ਨੇ ਕਿਰਪਾ ਕੀਤੀ ਹੈ। ਅੱਜ ਦਾ ਪਾਵਨ ਪਵਿੱਤਰ ਮੁੱਖ ਵਾਕ ਰਾਮਕਲੀ ਰਾਗ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੋਈ ਇਹ ਅੰਮ੍ਰਿਤ ਬਾਣੀ
ਇਹ ਪਹਿਲਾ ਹੀ ਸ਼ਬਦ ਹੈ। ਰਾਮਕਲੀ ਰਾਗ ਦੀ ਇੱਥੋਂ ਆਰੰਭਤਾ ਹੋ ਰਹੀ ਹੈ। ਤਾਲ ਦੇ ਘਰ ਪਹਿਲੇ ਵਿੱਚ ਗਾਉਣ ਦਾ ਹੁਕਮ ਹੈ। ਚੌਪਦੇ ਸ਼ਬਦ ਦੇ 4 ਪਦੇ ਹਨ। ਇੱਥੇ ਰਾਗ ਦੀ ਆਰੰਭਤਾ ਹੋ ਰਹੀ, ਇਸ ਕਰਕੇ ਸੰਪੂਰਨ ਮੂਲ ਮੰਤਰ ਵੀ ਗੁਰੂ ਮਹਾਰਾਜ ਨੇ ਦਰਜ ਕੀਤਾ ਹੈ। ਸਤਿਗੁਰੂ ਜੀ ਦੇ ਇਹ ਗਮੀ ਬੋਲ 876 ਅੰਕ ਦੇ ਉੱਤੇ ਸੁਭਾਏਮਾਨ ਨੇ। ਗੁਰੂ ਮਹਾਰਾਜ ਸਮਝਾ ਰਹੇ ਨੇ, ਨਾ ਜਾਣਨਾ ਹਰੇ ਮੇਰੀ ਕਵਨ ਗਤੇ। ਆਖਣ ਲੱਗੇ, ਹੇ ਹਰੀ, ਹੇ ਮੇਰੇ ਪ੍ਰਭੂ, ਕਿ ਮੈਂ ਨਹੀਂ ਜਾਣਦਾ ਮੇਰੀ ਕਵਨ ਗਤੇ, ਪਾਓ ਮੇਰੀ ਕੀ ਅਵਸਥਾ ਹੈ, ਮੇਰੀ ਕੀ ਗਤ ਹੈ, ਮੈਂ ਆਪਣੇ ਬਾਰੇ ਨਹੀਂ ਜਾਣਦਾ। ਹਮ ਮੂਰਖ ਅਗਿਆਨ ਸ਼ਰਨ ਪ੍ਰਭ ਤੇਰੀ, ਹੈ ਪ੍ਰਭੂ, ਪਰ ਮੈਂ ਮੂਰਖ, ਮੈਂ ਅਗਿਆਨੀ ਹਾਂ, ਮੈਂ ਮੂਰਖ ਹਾਂ। ਸ਼ਰਨ ਪ੍ਰਭ ਤੇਰੀ, ਮੈਂ ਤੇਰੀ ਸ਼ਰਨ ਆਇਆ ਹਾਂ। ਗੁਰੂ ਨਾਨਕ ਪਾਤਸ਼ਾਹ ਆਖ ਰਹੇ ਨੇ ਕਿ ਮੈਂ ਮੂਰਖ ਹਾਂ, ਮੈਂ ਅਗਿਆਨੀ ਹਾਂ। ਹੇ ਪ੍ਰਭੂ, ਮੈਂ ਤੇਰੀ ਸ਼ਰਨ ਆਇਆ ਹਾਂ, ਕਰ ਕਿਰਪਾ ਰਾਖੋ ਮੇਰੀ ਲਾਜ ਫਤਿਹ। ਹੇ ਵਾਹਿਗੁਰੂ ਜੀ, ਕਿਰਪਾ ਕਰਕੇ ਮੇਰੀ ਇੱਜ਼ਤ ਰੱਖ, ਮੇਰੀ ਲਾਜ ਰੱਖ, ਮੇਰੀ ਪਤ ਰੱਖ। ਇਹ ਕੇਂਦਰੀ ਭਾਵ ਹੈ ਸ਼ਬਦ ਦਾ। ਗੁਰੂ ਮਹਾਰਾਜ ਆਖ ਰਹੇ ਨੇ, ਕੋਈ ਪੜ੍ਹਤਾ ਸਹਿਸਾ ਕਰਤਾ, ਕੋਈ ਪੜ੍ਹੈ ਪੁਰਾਨਾ। ਆਖਣ ਲੱਗੇ, ਹੇ ਪ੍ਰਭੂ, ਕੋਈ ਮਨੁੱਖ ਕਹਿੰਦੇ ਨੇ ਪ੍ਰਾਕ੍ਰਿਤਿਕ ਸ਼ਬਦਾਂ ਦੇ ਰਾਹੀਂ, ਸੰਸਕ੍ਰਿਤ ਦੇ ਰਾਹੀਂ ਕੋਈ ਸੰਸਕ੍ਰਿਤੀ ਪੜ੍ਹਦਾ ਹੈ, ਬੋਧੀਆਂ ਅਤੇ ਜੈਨੀਆਂ ਦੇ ਗ੍ਰੰਥ ਪੜ੍ਹਦਾ ਹੈ, ਅਤੇ ਕੋਈ ਪੁਰਾਣਾਂ ਦੇ ਪਾਠ ਕਰਦਾ ਹੈ। ਕੋਈ ਨਾਮ ਜਪੈ ਜਪ ਮਾਲੀ, ਕੋਈ ਮਾਲਾ ਫੜ ਕੇ ਹੱਥ ਵਿੱਚ ਦੇਵਤਿਆਂ ਦਾ ਨਾਮ ਜਪਦਾ ਹੈ। ਲਾਗੈ ਤਿਸੈ ਧਿਆਨਾ, ਅਤੇ ਦੇਵਤਿਆਂ ਦੇ ਵਿੱਚ ਆਪਣੇ ਧਿਆਨ ਨੂੰ ਲਾ ਕੇ ਰੱਖਦਾ ਹੈ। ਅਬ ਹੀ ਕਬ ਹੀ ਕਿਛੂ ਨਾ ਜਾਣਾ। ਸਤਿਗੁਰੂ ਕਹਿੰਦੇ, ਮੈਂ ਨਾ ਹੁਣ ਵੀ ਅਤੇ ਕਦੀ ਵੀ ਮੈਂ ਕੁਛ ਨਹੀਂ ਜਾਣਦਾ, ਤੇਰਾ ਇੱਕੋ ਨਾਮ ਪਛਾਣਾ। ਮੈਂ ਤਾਂ ਤੇਰੇ ਨਾਮ ਨੂੰ ਹੀ ਪਹਿਚਾਣਿਆ ਹੈ। ਪਾਓ ਕਿ ਭਾਵੇਂ ਕੋਈ ਪ੍ਰਾਕ੍ਰਿਤਿਕ ਸ਼ਬਦਾਂ ਰਾਹੀਂ, ਸੰਸਕ੍ਰਿਤ ਦੇ ਰਾਹੀਂ ਜਾਂ ਹੋਰ ਕਿਸੇ ਭਾਸ਼ਾ ਦੇ ਰਾਹੀਂ ਜੋ ਉਹ ਮੰਤਰ ਪੜ੍ਹਦਾ ਹੈ, ਬੋਲ ਪੜ੍ਹਦਾ ਹੈ, ਜਾਂ ਉਸ ਭਾਸ਼ਾ ਨੂੰ ਪੜ੍ਹਦਾ ਹੈ, ਉਸ ਦੇ ਨਾਲ ਤੇਰੇ ਤੱਕ ਪਹੁੰਚਿਆ ਨਹੀਂ ਜਾ ਸਕਦਾ। ਇਸ ਕਰਕੇ ਅਬ ਹੀ ਕਬ ਹੀ ਕਿਛੂ ਨਾ ਜਾਣਾ, ਮੈਂ ਤਾਂ ਕੁਛ ਵੀ ਨਹੀਂ ਜਾਣਿਆ, ਤੇਰਾ ਇੱਕੋ ਨਾਮ ਪਛਾਣਾ। ਹੇ ਵਾਹਿਗੁਰੂ, ਇਹਨਾਂ ਸਾਰਿਆਂ ਦੇ ਵਿੱਚੋਂ ਮੈਂ ਤੇਰੇ ਨਾਮ ਨੂੰ ਹੀ ਪਹਿਚਾਣਦਾ ਹਾਂ। ਪਾਓ ਕਿ ਤੇਰੇ ਨਾਮ ਦੀ ਬਰਾਬਰੀ ਹੋਰ ਕੋਈ ਨਹੀਂ ਕਰ ਸਕਦਾ। ਇਸ ਗੱਲ ਨੂੰ ਫਿਰ ਸਮਝਿਓ। ਗੁਰੂ ਨਾਨਕ ਪਾਤਸ਼ਾਹ ਜੀ ਨੇ ਬੜਾ ਧਿਆਨ ਦਿੱਤਾ ਕਿ ਲੋਕ ਪ੍ਰਾਕ੍ਰਿਤਿਕ ਅੱਖਰ, ਜਿਵੇਂ ਕਿ ਸੰਸਕ੍ਰਿਤ ਹੈ, ਬੋਧੀਆਂ ਦੀ ਪਾਲੀ ਭਾਸ਼ਾ ਹੈ, ਉਹਨਾਂ ਭਾਸ਼ਾਵਾਂ ਨੂੰ ਪੜ੍ਹ ਕੇ ਉਹ ਮਾਣ ਕਰਦੇ ਸਨ, ਹੰਕਾਰ ਕਰਦੇ ਸਨ, ਜਾਂ ਦੇਵਤਿਆਂ ਦੇ ਮੰਤਰ ਜਾਂ ਪੁਰਾਣਾਂ ਦੇ ਪਾਠ ਕਰਕੇ ਸਮਝਦੇ ਸਨ ਵੀ ਇਹੀ ਸਭ ਕੁਝ ਹੈ। ਪਰ ਸਤਿਗੁਰੂ ਜੀ ਕਹਿੰਦੇ ਨੇ, ਮੈਂ ਤਾਂ ਤੇਰੇ ਨਾਮ ਨੂੰ ਹੀ ਪਹਿਚਾਣਦਾ ਹਾਂ। ਆਓ ਕਿ ਇਹ ਸਾਰੀਆਂ ਚੀਜ਼ਾਂ ਤੇਰੇ ਨਾਮ ਤੱਕ ਨਹੀਂ ਪਹੁੰਚ ਸਕਦੀਆਂ। ਫਿਰ ਕਹਿ ਰਹੇ ਨੇ, ਕਬਹੂ ਜਿਹੜਾ ਊਬ ਚੜ੍ਹਤ ਹੈ। ਕਹਿੰਦੇ ਨੇ ਇਹ ਮਨੁੱਖੀ ਮਨ ਹੈ। ਜਦ ਮਨੁੱਖ ਦੇ ਕੋਲ ਮਾਇਆ ਆਉਂਦੀ ਹੈ ਅਤੇ ਮਾਇਆ ਦੇ ਵਿੱਚ ਇਹ ਫੁੱਲਾ ਨਹੀਂ ਸਮਾਉਂਦਾ, ਬੜਾ ਖੁਸ਼ ਹੁੰਦਾ ਹੈ, ਅਤੇ ਇਸ ਦਾ ਮਨ ਬੜਾ ਉੱਚਾ ਹੋ ਜਾਂਦਾ ਹੈ। ਪਾਓ ਕਿ ਇਹ ਬੜਾ ਖੁਸ਼ ਰਹਿੰਦਾ ਹੈ, ਔਰ ਜੋ ਆਪਣੇ ਆਪ ਦੇ ਅੰਦਰ ਫੁੱਲਿਆ ਫਿਰਦਾ ਹੈ। ਕਬਹੂ ਜਾਏ ਪਿਆਲੇ, ਜਦੋਂ ਮਾਇਆ ਚਲੀ ਜਾਂਦੀ ਹੈ ਅਤੇ ਇਹ ਜੋ ਫਿਰ ਨਿਮਾਣ ਨੂੰ ਚਲਾ ਜਾਂਦਾ ਹੈ, ਇਹ ਸਹਿਮ ਦੇ ਵਿੱਚ ਰਹਿਣ ਲੱਗ ਪੈਂਦਾ ਹੈ, ਡਰ 'ਚ ਰਹਿਣ ਲੱਗ ਪੈਂਦਾ ਹੈ। ਆਓ ਕਿ ਪਿਆਲੇ ਖੂਹ 'ਚ ਡਿੱਗ ਜਾਂਦਾ ਹੈ, ਦੁਖੀ ਰਹਿੰਦਾ ਹੈ। ਮਹਾਰਾਜ ਕਹਿੰਦੇ, ਲੋਭੀ ਜੀਐਰਾ ਥਿਰ ਨਾ ਰਹਿਤ ਹੈ। ਜਿਹੜਾ ਲੋਭੀ ਹਿਰਦਾ ਹੈ ਨਾ ਪਿਆਰਿਓ, ਉਹ ਕਦੇ ਥਿਰ ਨਹੀਂ ਰਹਿੰਦਾ। ਚਾਰੇ ਕੁੰਡਾ ਭਾਲੇ, ਉਹ ਚਾਰੇ ਕੁੰਡੇ, ਚਾਰੇ ਦਿਸ਼ਾਵਾਂ ਵਿੱਚ ਹਰ ਪਾਸੇ ਉਹ ਜੋ ਲੋਭ ਵਸ ਹੋਇਆ
ਲਾਲਚ ਵਿੱਚ ਹੋਇਆ ਹੋਇਆ ਕੁਝ ਨਾ ਕੁਝ ਲੱਭਦਾ ਰਹਿੰਦਾ ਹੈ, ਭਾਲਦਾ ਰਹਿੰਦਾ ਹੈ। ਫਿਰ ਮਹਾਰਾਜ ਕਹਿ ਰਹੇ ਨੇ, ਮਰਨ ਲਿਖਾਏ ਮੰਡਲ ਮੈਂ ਆਏ, ਜੀਵਨ ਸਾਜੈ ਮਾਈ। ਕਹਿੰਦੇ ਨੇ ਮੌਤ ਲਿਖਾ ਕੇ ਸੰਸਾਰ ਦੇ ਵਿੱਚ ਆਏ। ਮਾਈ ਦਾ ਅਰਥ ਹੈ ਇਹ ਮਾਂ। ਅਤੇ ਇੱਥੇ ਸੰਸਾਰ ਦੇ ਵਿੱਚ ਇਸ ਪਕੜ 'ਚ ਲੱਗੇ ਹੋਏ ਨੇ ਕਿ ਸਾਡਾ ਜੀਵਨ ਬਚਿਆ ਰਹੇ। ਆਓ ਕਿ ਆਪਣੇ ਜੀਵਨ ਨੂੰ ਬਚਾਉਣ ਦੇ ਚੱਕਰ ਵਿੱਚ ਬਹੁਤ ਸਾਰੇ ਯਤਨ ਮਨੁੱਖ ਕਰਦਾ ਰਹਿੰਦਾ ਹੈ, ਆਪਣੇ ਜੀਵਨ ਨੂੰ ਸਾਜਦਾ ਰਹਿੰਦਾ ਹੈ, ਜੀਵਨ ਨੂੰ ਸੰਵਾਰਦਾ ਰਹਿੰਦਾ ਹੈ, ਜੀਵਨ ਨੂੰ ਬਚਾਉਣ ਦੇ ਉਪਰਾਲੇ 'ਤੇ ਉੱਦਮ ਕਰਦਾ ਰਹਿੰਦਾ ਹੈ। ਇਹ ਮਨੁੱਖੀ ਜੀਵਨ ਦੀ ਹਾਲਤ ਹੈ। ਸਤਿਗੁਰ ਕਹਿੰਦੇ ਨੇ ਮਰਨ ਲਿਖਾਏ, ਜੋ ਕਿ ਮੌਤ ਲਿਖਾ ਕੇ ਸੰਸਾਰ ਦੇ ਵਿੱਚ ਆਏ ਹਾਂ। ਇੱਕ ਦਿਨ ਮਰਨਾ ਹੈ ਜ਼ਰੂਰ, ਪਰ ਮਨੁੱਖ ਆਪਣੇ ਜੀਵਨ ਨੂੰ ਬਚਾਉਣ ਵਾਸਤੇ ਬਹੁਤ ਸਾਰੇ ਉਪਰਾਲੇ ਉੱਦਮ ਕਰ ਰਿਹਾ ਹੈ। ਤੇ ਅਗਲੇ ਵਚਨ ਕੀਤੇ ਮਹਾਰਾਜ ਨੇ, ਏਕ ਚਲੇ ਹਮ ਦੇਖੈ ਸੁਆਮੀ। ਏਕ ਦੇ ਕੱਕੇ ਨੂੰ ਸਿਆਰੀ ਦਾ ਅਰਥ ਹੈ, ਇੱਕ ਦਾ ਅਰਥ ਹੈ ਕਈ ਮਨੁੱਖ ਅੱਖਾਂ ਦੇ ਸਾਹਮਣੇ ਹੀ ਸੁਆਮੀ ਮੈਂ ਦੇਖਿਆ ਕਿ ਇੱਥੋਂ ਜਾ ਰਹੇ ਹਨ, ਮਰ ਰਹੇ ਹਨ, ਮੌਤ ਆ ਰਹੀ ਹੈ। ਅਤੇ ਭਾ ਬਲੰਦੀ ਆਈ, ਭਾਵ ਕਿ ਮੌਤ ਦੀ ਅੱਗ ਬਲ ਰਹੀ ਹੈ ਅਤੇ ਉਸ ਦੇ ਅੱਗ ਦੇ ਵਿੱਚ ਜੀਵ ਜਿਹੜੇ ਨੇ ਸੜ ਰਹੇ ਹਨ, ਆਓ ਮਰ ਰਹੇ ਹਨ। ਅਤੇ ਇੱਥੇ ਅਨੇਕਾਂ ਹੀ ਆਏ ਅਤੇ ਅਨੇਕਾਂ ਹੀ ਸੰਸਾਰ ਤੋਂ ਜਾ ਰਹੇ ਹਨ। ਅਗਲੇ ਵਚਨ ਕੀਤੇ, ਨਾ ਕਿਸੀ ਕਾ ਮੀਤ। ਹੇ ਪ੍ਰਭੂ, ਇੱਥੇ ਨਾ ਹੀ ਕੋਈ ਕਿਸੇ ਦਾ ਮਿੱਤਰ ਹੈ, ਨਾ ਕਿਸੇ ਕਾ ਭਾਈ, ਨਾ ਹੀ ਇੱਥੇ ਕੋਈ ਕਿਸੇ ਦਾ ਭਰਾ ਹੈ, ਨਾ ਕਿਸੇ ਬਾਪ ਨਾ ਮਾਹੀ, ਨਾ ਹੀ ਇੱਥੇ ਕਿਸੇ ਦਾ ਕੋਈ ਬਾਪ ਹੈ, ਨਾ ਹੀ ਕੋਈ ਕਿਸੇ ਦੀ ਮਾਤਾ ਹੈ। ਇਸ ਤਰ੍ਹਾਂ ਗੁਰੂ ਸਾਹਿਬ ਜੀ ਸਾਨੂੰ ਸਮਝਾ ਰਹੇ ਨੇ ਕਿ ਮਨੁੱਖ ਇਹਨਾਂ ਦੇ ਜੰਜਾਲ 'ਚ ਫਸੇ ਹੋਏ ਨੇ, ਪਰ ਕੋਈ ਕਿਸੇ ਦਾ ਨਹੀਂ ਹੈ। ਜਿਸ ਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਖਿਆ, ਮਾਤ ਪਿਤਾ ਬੰਤਾ ਸੁਤ ਬੰਧਪ, ਇਸ਼ਟ ਮੀਤ ਅਰ ਭਾਈ, ਪੂਰਬ ਜਨਮ ਕੇ ਮਿਲੇ ਸੰਜੋਗੀ, ਅੰਤੈ ਕੋ ਨਾ ਸਹਾਈ। ਪਰ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਮਨੁੱਖ ਇਸ ਦੇ ਵਿੱਚ ਹੀ ਫਸੇ ਹੋਏ ਨੇ। ਉਹ ਫਲਾਣਾ ਮੇਰਾ ਮਿੱਤਰ ਹੈ, ਮੇਰਾ ਭਰਾ ਹੈ, ਮੇਰੀ ਮਾਂ, ਮੇਰਾ ਬਾਪ, ਅਤੇ ਉਸ ਵਿੱਚ ਹੀ ਗਲਤਾਨ ਨੇ। ਪਰ ਸਤਿਗੁਰ ਕਹਿੰਦੇ ਕੋਈ ਕਿਸੇ ਦਾ ਇੱਥੇ ਨਹੀਂ ਹੈ। ਫਿਰ ਆਖਰ ਨੇ, ਪ੍ਰਣਵਤ ਨਾਨਕ ਜੇ ਤੂੰ ਦੇਵੇਂ। ਨਾਨਕ ਆਖਦਾ ਹੈ, ਹੇ ਪਰਮਾਤਮਾ, ਜੋ ਤੂੰ ਦਾਤ ਮੈਨੂੰ ਨਾਮ ਦੀ ਦਵੇਂ। ਅੰਤੇ ਹੋਏ ਸਖਾਈ, ਉਹੀ ਅੰਤ ਵੇਲੇ ਤੇਰੀ ਦਿੱਤੀ ਹੋਈ ਨਾਮ ਦੀ ਦਾਤ, ਤੇਰੀ ਬਖਸ਼ਿਸ਼, ਤੇਰੀ ਰਹਿਮਤ ਸਦਕਾ ਮਿਲਿਆ ਹੋਇਆ ਨਾਮ, ਉਹੀ ਮੇਰਾ ਮਦਦਗਾਰ ਹੋ ਸਕਦਾ ਹੈ, ਮੇਰੀ ਸਹਾਇਤਾ ਕਰ ਸਕਦਾ ਹੈ ਅਤੇ ਤੇਰੀ ਦਰਗਾਹ ਤੱਕ ਮੈਨੂੰ ਪਹੁੰਚਾ ਸਕਦਾ ਹੈ। ਉਸ ਤੋਂ ਬਿਨਾਂ ਹੋਰ ਕੋਈ ਮੇਰਾ ਸਾਥੀ ਉਸ ਮਾਲਕ ਦੀ ਦਰਗਾਹ ਵਿੱਚ ਨਹੀਂ ਹੈ। ਇਸ ਤਰ੍ਹਾਂ ਧੰਨ ਗੁਰੂ ਨਾਨਕ ਪਾਤਸ਼ਾਹ ਇੱਥੇ ਇੱਕ ਗੱਲ ਸਮਝਾਉਣਾ ਚਾਹੁੰਦੇ ਨੇ ਕਿ ਇਹ ਪਰਮਾਤਮਾ, ਵੀ ਮੇਰੀ ਕੀ ਅਵਸਥਾ ਹੈ ਮੈਂ ਜਾਣਦਾ ਨਹੀਂ ਹਾਂ, ਪਰ ਇਹ ਗੱਲ ਜ਼ਰੂਰ ਹੈ ਮੈਂ ਮੂਰਖ ਹਾਂ, ਮੈਂ ਅਗਿਆਨੀ ਹਾਂ, ਮੈਂ ਤੇਰੀ ਸਰਨ ਵਿੱਚ ਆਇਆ ਹਾਂ। ਕਿਰਪਾ ਕਰਕੇ ਹੇ ਪ੍ਰਭੂ ਮੇਰੀ ਇੱਜ਼ਤ ਰੱਖ ਲੈ, ਮੇਰੀ ਲਾਜ ਰੱਖ ਲੈ, ਮੇਰੀ ਪਤ ਰੱਖ ਲੈ। ਇਸ ਤਰ੍ਹਾਂ ਗੁਰੂ ਸਾਹਿਬ ਜੀ ਨੇ ਇਸ ਮੁਖ ਵਾਕ ਦੇ ਰਾਹੀਂ ਉਸ ਮਾਲਕ ਪ੍ਰਭੂ ਦੇ ਚਰਨਾਂ ਵਿੱਚ ਸੰਬੋਧਨ ਕਰਦੇ ਹਾਂ। ਵਾਹਿਗੁਰੂ ਜੀ ਨੂੰ ਤਰਲਾ ਲਿਆ ਔਰ ਬੇਨਤੀ ਕੀਤੀ ਹੈ ਕਿ ਇਹ ਮੇਰੇ ਉੱਤੇ ਕਿਰਪਾ ਕਰ। ਆਓ ਸ਼ਬਦ ਦੇ ਰਾਹੀਂ ਸਮਝਾਉਣਾ ਚਾਹੁੰਦੇ ਨੇ, ਭਾਵੇਂ ਕੋਈ ਪ੍ਰਾਕ੍ਰਿਤਿਕ ਭਾਸ਼ਾ ਨੂੰ ਪੜ੍ਹ ਲਵੇ, ਭਾਵੇਂ ਕੋਈ ਸੰਸਕ੍ਰਿਤ ਨੂੰ ਪੜ੍ਹ ਲਵੇ, ਭਾਵੇਂ ਹੋਰ ਧਰਮ ਗ੍ਰੰਥਾਂ ਦੇ ਪਾਠ ਕਰ ਲਵੇ। ਕੇਵਲ ਧਰਮ ਗ੍ਰੰਥਾਂ ਦੇ ਪਾਠ ਕੀਤਿਆਂ ਜੀਵਨ ਮੁਕਤ ਨਹੀਂ ਹੋਣਾ। ਜੀਵਨ ਮੁਕਤੀ ਦਾ ਸਾਧਨ ਹੈ ਨਾਮ, ਪ੍ਰਭੂ ਦਾ ਸਿਮਰਨ, ਅਕਾਲ ਪੁਰਖ ਵਾਹਿਗੁਰੂ ਜੀ ਦੀ ਸਿਫਤ ਸਲਾਹ। ਇਸ ਸ਼ਬਦ ਵਿੱਚ ਇਸ ਗੱਲ ਦੇ ਉੱਤੇ ਗੁਰੂ ਸਾਹਿਬ ਨੇ ਜ਼ੋਰ ਦਿੱਤਾ ਹੈ। ਸੋ ਇਤਨੇ ਬਚਨ ਮੁੱਖ ਵਾਕ ਦੇ ਰਾਹੀਂ ਆਪ ਸਾਰਿਆਂ ਨੇ ਪ੍ਰਵਾਨ ਕਰਨੇ। ਅਗਲੀ ਲੜੀਵਾਰ ਵਿਚਾਰ ਨਾਲ ਜੁੜਦੇ ਹਾਂ। ਗੁਰਫਤਿਹ ਦੀ ਸਾਂਝ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।